किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਐਨਟੀਟੀ ਦੇ ਪੇਪਰ ਦੇ ਲਈ ਪ੍ਰੈਪਰੇਸ਼ਨ ਕਰ ਰਹੇ ਹਾਂ ਤੇ ਅੱਜ ਜੋ ਸਾਡਾ ਟੌਪਿਕ ਹੈ ਉਹ ਤੁਹਾਡੇ ਐਫ ਪਾਰਟ ਦੇ ਵਿੱਚੋਂ ਹਾਈਜੀਨ ਐਂਡ ਆਰਟ ਐਜੂਕੇਸ਼ਨ ਕੰਬਾਈਨਡ MCQ ਨੇ ਇਹਦੇ ਵਿੱਚ। ਤਾਂ ਸਾਡੇ ਕੋਲ ਜੋ ਫਰਸਟ ਕੁਐਸਚਨ ਹੈ, ਵੈਨ ਡਿਡ ਸਵੱਛ ਭਾਰਤ ਅਭਿਆਨ ਸਟਾਰਟਡ? ਸਵੱਛ ਭਾਰਤ ਅਭਿਆਨ ਕਦੋਂ ਸ਼ੁਰੂ ਕੀਤਾ ਗਿਆ ਸੀ? ਤਾਂ ਸਵੱਛ ਭਾਰਤ ਅਭਿਆਨ ਕਦੋਂ ਸ਼ੁਰੂ ਕੀਤਾ ਗਿਆ ਸੀ ਜੀ? 2 ਅਕਤੂਬਰ 2014। ਠੀਕ ਹੈ, ਐਦੋਂ ਮਤਲਬ ਕਿਸ ਓਕੇਜ਼ਨ ਤੇ ਕੀਤਾ ਗਿਆ ਸੀਗਾ? ਗਾਂਧੀ ਜੀ ਦੀ ਜਯੰਤੀ ਤੇ। ਠੀਕ ਹੈ ਜੀ, ਗਾਂਧੀ ਜੀ ਦੀ ਜਯੰਤੀ ਤੇ 2019 ਦੇ ਵਿੱਚ ਦੁਬਾਰਾ ਇਹਦਾ ਸੈਕੰਡ ਫੇਜ਼ ਇੰਟਰੋਡਿਊਸ ਕੀਤਾ ਗਿਆ। ਠੀਕ ਹੈ, ਤਾਂ ਇਹ ਉਹ ਵੀ 2 ਅਕਤੂਬਰ ਨੂੰ ਕੀਤਾ ਗਿਆ। ਤਾਂ ਇਨੀਸ਼ੀਅਲੀ ਕਦੋਂ ਸਟਾਰਟ ਹੋਇਆ ਸਾਡੇ ਕੋਲ? 2 ਅਕਤੂਬਰ 2014। ਨੈਕਸਟ ਹੈਗਾ, ਵਿਚ ਆਫ ਫੋਲੋਇੰਗ ਮੈਥਡ ਟੀਚ ਹਾਈਜੀਨ ਐਂਡ ਕਲੀਨਲੀਨੈਸ ਐਟ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਸਵੱਛਤਾ ਤੇ ਸਫਾਈ ਬਾਰੇ ਸਮਝਾਉਣ ਦੇ ਲਈ ਕੀ ਹੁੰਦਾ? ਐਕਟੀਵਿਟੀ, ਪਲੇ, ਬੋਥ ਜਾਂ ਕੋਈ ਵੀ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ, ਜਿੰਨੇ ਸਾਡੇ ਟੌਪਿਕ ਲੰਘ ਚੁੱਕੇ ਨੇ ਸਭ ਦੇ ਵਿੱਚ ਡਿਸਕਸ ਹੋਇਆ ਕਿ ਬੱਚਾ ਕਿਵੇਂ ਲਰਨ ਕਰਦਾ ਹੈਗਾ। ਛੋਟਾ ਬੱਚਾ ਐਕਟੀਵਿਟੀਜ਼ ਦੇ ਰਾਹੀਂ, ਪਲੇ ਦੇ ਰਾਹੀਂ, ਮਾਡਲ ਲਰਨਿੰਗ ਜਾਨੀ ਕਿ ਇਮੀਟੇਸ਼ਨ ਦੇ ਰਾਹੀਂ ਲਰਨ ਕਰਦਾ। ਠੀਕ ਹੈ ਜੀ। ਵਿਚ ਕਲਰ ਆਫ ਡਸਟਬਿਨ ਆਫ ਬਾਇਓਡੀਗ੍ਰੇਡੇਬਲ ਵੇਸਟ? ਬਾਇਓਡੀਗ੍ਰੇਡੇਬਲ ਵੇਸਟ ਕਿਹੜੇ ਹੁੰਦੇ ਨੇ? ਜਿਹੜੇ ਨਸ਼ਟ ਹੋ ਜਾਂਦੇ ਆ ਟਾਈਮ ਦੇ ਨਾਲ ਆਪਣੇ ਆਪ, ਤਾਂ ਉਹਨਾਂ ਦੇ ਲਈ ਕਿਹੜਾ ਡਸਟਬਿਨ ਯੂਜ਼ ਕੀਤਾ ਜਾਂਦਾ ਹੈਗਾ? ਗ੍ਰੀਨ ਕਲਰ ਦਾ। ਬਲੂ ਕਿਹਦੇ ਲਈ ਯੂਜ਼ ਕੀਤਾ ਜਾਂਦਾ? ਜਿਹੜੇ ਕਿ ਨਾਨ ਬਾਇਓਡੀਗ੍ਰੇਡੇਬਲ ਹੁੰਦੇ ਆ, ਜਿਹੜੇ ਨਸ਼ਟ ਨਹੀਂ ਹੋ ਸਕਦੇ, ਜਿਵੇਂ ਪੋਲੀਥੀਨ ਹੋ ਗਿਆ, ਬੋਟਲਸ ਹੋ ਗਈਆਂ। ਤੇ ਬਲੈਕ ਕਿਹਦੇ ਲਈ ਯੂਜ਼ ਹੁੰਦਾ? ਜਿਵੇਂ ਜਿਹੜੀਆਂ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਨੇ, ਬਲੇਡ ਹੋ ਗਏ, ਸਰਿੰਜ ਹੋ ਗਏ ਜਾਂ ਡਾਈਪਰਸ ਹੋ ਗਏ, ਇਹਨਾਂ ਦੇ ਲਈ। ਦੈਨ ਹੈਗਾ ਜਰਮ ਸਪਰੈਡ ਥਰੂ? ਜਰਮ ਕੀਟਾਣੂ ਕਾਦੇ ਰਾਹੀਂ ਫੈਲਦੇ ਆ? ਤਾਂ ਅਸੀਂ ਇਹ 'ਚ ਐਫ ਚਾਰਟ ਕੀਤਾ ਸੀਗਾ। ਲਿਕੁਇਡ ਦੇ ਰਾਹੀਂ ਫੈਲਦੇ ਆ, ਹੈਂਡਸ ਦੇ ਰਾਹੀਂ ਫੈਲਦੇ ਆ, ਫਲਾਈਜ਼ ਦੇ ਰਾਹੀਂ ਫੈਲਦੇ ਆ। ਤਾਂ ਸਾਡੇ ਕੋਲ ਆਨਸਰ ਕੀ ਹੈ? ਆਲ ਆਫ ਥੀਸ। ਤਾਂ ਮੱਖੀਆਂ ਦੇ ਰਾਹੀਂ, ਕਿਸੇ ਵੀ ਤਰਲ ਤੋਂ, ਤੇ ਹੱਥਾਂ ਨੂੰ ਨਾ ਧੋਣ ਦੇ ਕਰਕੇ ਇਹ ਸਪਰੈਡ ਹੁੰਦੇ ਆ। ਵਾਈ ਹਾਈਜੀਨ ਐਂਡ ਕਲੀਨਲੀਨੈਸ ਨੀਡਡ? ਕਿਉਂ ਲੋੜ ਹੈਗੀ ਆ ਸਵੱਛਤਾ ਤੇ ਸਫਾਈ ਦੀ? ਕਹਿੰਦੇ ਹੈਲਦੀ ਲਾਈਫ ਸਟਾਈਲ ਦੇ ਲਈ, ਪ੍ਰੀਵੈਂਟ ਫॉर ਡਿਸੀਜ਼ਸ, ਇਹ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਆ, ਜਾਂ ਸਸਟੇਨੇਬਲ ਡਿਵੈਲਪਮੈਂਟ ਦੇ ਲਈ। ਸਸਟੇਨੇਬਲ ਡਿਵੈਲਪਮੈਂਟ ਕੀ ਹੁੰਦੀ ਆ? ਕਿ ਅੱਜ ਇਸ ਤਰੀਕੇ ਨਾਲ ਵਿਕਸਿਤ ਹੋਣਾ, ਇਸ ਤਰੀਕੇ ਨਾਲ ਰਿਸੋਰਸਿਸ ਨੂੰ ਯੂਜ਼ ਕਰਨਾ ਕਿ ਭਵਿੱਖ ਦਾ ਵੀ ਧਿਆਨ ਰੱਖਿਆ ਜਾਵੇ। ਠੀਕ ਹੈ, ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਰਿਸੋਰਸਿਸ ਨੂੰ ਯੂਜ਼ ਕਰਨਾ। ਅੱਜ ਜੋ ਵੀ ਤੁਹਾਡੇ ਕੋਲ ਹੈ, ਜੇ ਸਿਹਤ ਦੀ ਗੱਲ ਚੱਲ ਰਹੀ ਹੈ, ਜੇ ਇਨਵਾਇਰਮੈਂਟ ਦੀ ਗੱਲ ਚੱਲ ਰਹੀ ਹੈ, ਤਾਂ ਉਹਨੂੰ ਫਿਊਚਰ ਦੇ ਲਈ ਪ੍ਰੋਟੈਕਟ ਕਰਨਾ ਇਜ਼ ਦਾ ਸਸਟੇਨੇਬਲ ਡਿਵੈਲਪਮੈਂਟ। ਤਾਂ ਸਾਡੇ ਕੋਲ ਇੱਥੇ ਆਪਸ਼ਨ ਕੀ ਹੈ? ਆਲ ਆਫ ਥੀਸ। ਆਰਟ ਇਜ਼ ਦਾ ਰਿਸਪੌਂਸ ਆਫ ਮੈਨਸ ਕ੍ਰੀਏਟਿਵ ਸੋਲ ਟੂ ਦਾ ਕਾਲ ਆਫ ਰੀਅਲ? ਜਿਹੜਾ ਆਰਟ ਆ, ਇਹ ਮੈਨ ਦੀ ਕ੍ਰੀਏਟਿਵ ਸੋਲ ਦਾ ਰਿਸਪੌਂਸ ਹੈ। ਇਹ ਕਿਹਨੇ ਆਖਿਆ? RB ਟੈਗੋਰ ਨੇ। ਠੀਕ ਹੈ ਜੀ। ਰਵਿੰਦਰਨਾਥ ਟੈਗੋਰ ਜੀ ਦੇ ਬਾਰੇ ਚ ਤੁਸੀਂ ਸੁਣਿਆ ਹੀ ਹੈ, ਨੈਚੁਰਲਿਸਟਿਕ ਸੀਗੇ। ਤੇ ਨਾਲ ਹੀ ਇਹਨਾਂ ਨੇ ਕਿਹੜੀ ਗੱਲ ਦੇ ਉੱਪਰ ਧਿਆਨ ਜ਼ਿਆਦਾ ਕੰਸਨਟਰੇਟ ਕੀਤਾ ਸੀਗਾ ਰਵਿੰਦਰਨਾਥ ਟੈਗੋਰ ਜੀ ਨੇ? ਰਵਿੰਦਰਨਾਥ ਟੈਗੋਰ ਜੀ ਇਹ ਬਿਲੀਵ ਕਰਦੇ ਸੀਗੇ ਕਿ ਆਰਟ ਐਜੂਕੇਸ਼ਨ ਆ, ਮਤਲਬ ਕਿ ਜੋ ਆਰਟ ਹੈ ਉਹ ਸਿੱਖਿਆ ਦਾ ਇੱਕ ਨਿਖੜਵਾਂ ਅੰਗ ਹੋਣਾ ਚਾਹੀਦਾ। ਜਿਹੜੇ ਸ਼ਾਂਤੀ ਨਿਕੇਤਨ ਇਹਨਾਂ ਦੇ ਦੁਆਰਾ ਖੋਲਿਆ ਗਿਆ ਸੀ ਕਲਕੱਤਾ ਦੇ ਨੇੜੇ, ਉਹਦੇ ਚ ਵੀ ਆਰਟ ਐਜੂਕੇਸ਼ਨ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਸੀ। ਠੀਕ ਹੈ ਜੀ। ਤਾਂ ਇਸ ਕਰਕੇ ਇਹ ਜਿਹੜੀ ਕੋਟੇਸ਼ਨ ਹੈ ਕਿੰਨਾ ਦੀ ਹੈ? ਰਵਿੰਦਰਨਾਥ ਟੈਗੋਰ ਦੀ। ਵਿਚ ਆਫ ਫੋਲੋਇੰਗ ਇਜ਼ ਪਰਫਾਰਮੈਂਸ ਆਰਟ? ਤੁਹਾਨੂੰ ਪਤਾ ਕਿ ਦੋ ਤਰ੍ਹਾਂ ਦੇ ਆਰਟ ਹੁੰਦੇ ਨੇ, ਪਰਫਾਰਮੈਂਸ ਆਰਟ ਐਂਡ ਵਿਜ਼ੂਅਲ ਆਰਟ। ਪਰਫਾਰਮੈਂਸ ਆਰਟ ਕਿਹੜਾ ਹੁੰਦਾ? ਜਿਸ ਚ ਤੁਸੀਂ ਆਪਦੀ ਬੋਡੀ ਨੂੰ, ਆਪਦੇ ਫੇਸ ਐਕਸਪ੍ਰੈਸ਼ਨ ਨੂੰ, ਆਪਦੇ ਐਕਸਪ੍ਰੈਸ਼ਨ ਨੂੰ ਯੂਜ਼ ਕਰਦੇ ਹੋ। ਤਾਂ ਇਹ ਜਿਹੜਾ ਸਾਡੇ ਕੋਲ ਹੈ ਉਹ ਹੈ ਡਾਂਸ। ਬਾਕੀ ਤਿੰਨੋਂ ਨੇ, ਜੋ ਪੇਂਟਿੰਗ, ਡਰਾਇੰਗ ਐਂਡ ਵੀਵਿੰਗ, ਇਹ ਵਾਲੇ ਜਿਹੜੇ ਨੇ ਕੀ ਨੇ? ਵਿਜ਼ੂਅਲ ਆਰਟ। ਅੱਗੇ ਆਪਣੇ ਤੋਂ ਪੁੱਛਿਆ ਗਿਆ ਵਿਚ ਇਜ਼ ਫੋਲੋਇੰਗ ਇਜ਼ ਅ ਵਿਜ਼ੂਅਲ ਆਰਟ? ਇਹਨਾਂ ਦੇ ਵਿੱਚੋਂ ਕਿਹੜਾ ਵਿਜ਼ੂਅਲ ਆਰਟ ਆ? ਤਾਂ ਆਪਣੇ ਕੋਲ ਜੋ ਵਿਜ਼ੂਅਲ ਆਰਟ ਹੈ ਉਹ ਕਿਹੜਾ ਹੈ ਜੀ? ਪਪੇਟ। ਠੀਕ ਹੈ, ਕਠਪੁਤਲੀਆਂ। ਸੌਰੀ ਨੂੰ ਇਹ ਆਪਣੇ ਕੋਲ ਪੇਸ਼ਕਾਰੀ ਦੇ ਨਾਲ, ਪਰਫਾਰਮੈਂਸ ਨਾਲ ਰਿਲੇਟਡ ਆ ਸਕਲਪਚਰ। ਠੀਕ ਹੈ, ਸਕਲਪਚਰ ਆ ਜਿਹੜਾ ਆਪਣੇ ਕੋਲ ਇੱਥੇ ਵਿਜ਼ੂਅਲ ਆਰਟ ਆ, ਕਿਉਂਕਿ ਡਾਂਸ, ਡਰਾਮਾ ਤੇ ਪਪੇਟ ਇਹ ਤਿੰਨੋਂ ਹੀ ਕੀ ਹੈਗੇ ਨੇ? ਵਿਜ਼ੂਅਲ ਪੇਸ਼ਕਾਰੀ। ਠੀਕ ਹੈ, ਪਰਫਾਰਮੈਂਸ ਆਰਟ ਆ। ਧਿਆਨ ਦੇ ਵਿੱਚ ਰੱਖੋ, ਪਰਫਾਰਮੈਂਸ ਆਰਟ ਕਿਹੜੇ ਕਿਹੜੇ ਨੇ? ਡਰਾਮਾ, ਪਪੇਟ, ਡਾਂਸ। ਠੀਕ ਹੈ, ਇਹ ਤਿੰਨੋਂ ਕੀ ਹੈਗੇ ਨੇ ਸਾਡੇ ਕੋਲ? ਪਰਫਾਰਮੈਂਸ ਆਰਟ। ਵਿਜ਼ੂਅਲ ਆਰਟ ਕਿਹੜੇ ਨੇ? ਪੇਂਟਿੰਗ, ਡਰਾਇੰਗ, ਵੀਵਿੰਗ ਐਂਡ ਸਕਲਪਚਰ। ਮੂਰਤੀਆਂ ਨੂੰ ਘੜਨਾ ਵੀ ਵਿਜ਼ੂਅਲ ਆਰਟ ਹੈ। ਦਿਖਾਈ ਦਿੰਦੇ ਆ, ਤੁਹਾਨੂੰ ਦਿਖ ਰਹੀ ਚੀਜ਼ ਦੇ ਉੱਪਰ ਤੁਸੀਂ ਆਪਦੀ ਕਲਾ ਨੂੰ ਇੰਪਲੀਮੈਂਟ ਕਰਦੇ ਹੋ। ਆਰਟ ਐਜੂਕੇਸ਼ਨ ਇਜ਼ ਇੰਪੋਰਟੈਂਟ ਫॉर ਚਿਲਡਰਨ? ਆਰਟ ਐਜੂਕੇਸ਼ਨ ਬੱਚੇ ਦੀ ਕਿਹੜੀ ਚੀਜ਼ ਦੇ ਲਈ ਜ਼ਰੂਰੀ ਆ? ਕੌਸ਼ਲਾਂ ਦੇ ਵਿਕਸਿਤ ਦੇ ਲਈ, ਕੋਗਨੈਟਿਵ ਤੇ ਇਮੋਸ਼ਨਲ ਡਿਵੈਲਪਮੈਂਟ ਦੇ ਲਈ, ਐਸਥੈਟਿਕ ਡਿਵੈਲਪਮੈਂਟ ਦੇ ਲਈ। ਤਾਂ ਸਾਡੇ ਕੋਲ ਇੱਥੇ ਆਨਸਰ ਹੈ ਆਲ ਆਫ ਥੀਸ। ਅਸੀਂ ਇੱਕ ਰਿਪੋਰਟ ਦੇ ਬਾਰੇ ਵੀ ਪੜ੍ਹਿਆ ਸੀ ਕਲਾਸ ਦੇ ਵਿੱਚ ਕਿ ਜਿਹੜੀ
ਸੰਗੀਤ ਹੈ ਉਹ ਬੱਚੇ ਦੇ ਕੋਗਨੈਟਿਵ ਡਿਵੈਲਪਮੈਂਟ ਨੂੰ ਸਟਰੋਂਗ ਕਰਦਾ ਸੀ। ਇਹ ਵੀ ਪੜਿਆ ਸੀਗਾ ਕਿ ਜਿਹੜੇ ਸਕਿੱਲ ਹੈਗੀ ਆ ਉਹ ਬੱਚੇ ਨੂੰ ਕੋਗਨੈਟਿਵਲੀ, ਲਿੰਗੁਇਸਟਿਕਲੀ ਤੇ ਇਮੋਸ਼ਨਲੀ ਕਾਫੀ ਜ਼ਿਆਦਾ ਸਟਰੋਂਗ ਕਰਦੀ ਆ। ਵਿਚ ਆਫ ਫੋਲੋਇੰਗ ਨੋਟ ਰਿਕਮੈਂਡ ਅਬਾਊਟ ਆਰਟ ਐਜੂਕੇਸ਼ਨ, ਇਹਦੇ ਵਿੱਚੋਂ ਕਿਹਨੇ ਆਰਟ ਐਜੂਕੇਸ਼ਨ ਦੇ ਉੱਪਰ ਜ਼ੋਰ ਨਹੀਂ ਦਿੱਤਾ? NEP 1986 ਦੀ ਪਾਲਿਸੀ ਨੇ ਜ਼ੋਰ ਦਿੱਤਾ, ਬਿਲਕੁਲ। NCERT ਨੇ ਵੀ ਕਿਹਾ ਕਿ ਐਜੂਕੇਸ਼ਨ ਦੇ ਵਿੱਚ ਸ਼ਾਮਲ ਹੋਵੇ ਆਰਟ, NCF ਨੇ ਵੀ ਕਿਹਾ ਕਿ ਐਜੂਕੇਸ਼ਨ ਦੇ ਵਿੱਚ ਆਰਟ ਸ਼ਾਮਲ ਹੋਵੇ। ਤਾਂ ਸਲਮੈਂਕਾ ਜਿਹੜੀ ਕਾਨਫਰੰਸ ਸੀ ਇਹਦੇ ਚ ਨਹੀਂ ਸੀ ਕਿਹਾ ਗਿਆ। ਇਹ ਕਿਹਦੇ ਨਾਲ ਡੀਲ ਕਰਦੀ ਹੈਗੀ ਆ? ਸਲਮੈਂਕਾ ਕਾਨਫਰੰਸ ਹੋਈ ਸੀਗੀ ਰਿਲੇਟਡ ਟੂ ਇਨਕਲੂਸਿਵ ਐਜੂਕੇਸ਼ਨ, ਠੀਕ ਹੈ ਜੀ। ਵਿਚ ਆਫ ਫੋਲੋਇੰਗ ਬੈਸਟ ਟੀਚ ਆ ਚਾਈਲਡ ਅਬਾਊਟ ਕਲੀਨਲੀਨੈਸ, ਕਿਹਦੇ ਰਾਹੀਂ ਤੁਸੀਂ ਬੱਚੇ ਨੂੰ ਸਫਾਈ ਦੇ ਬਾਰੇ ਚ ਪੜ੍ਹਾ ਸਕਦੇ ਹੋ? ਮਤਲਬ ਕੌਣ ਬੈਸਟ ਟੀਚ ਕਰ ਸਕਦਾ? ਤਾਂ ਪੇਰੈਂਟਸ ਟੀਚ ਕਰ ਸਕਦੇ ਆ ਬੱਚੇ ਨੂੰ, ਟੀਚਰ ਟੀਚ ਕਰ ਸਕਦੇ ਆ ਬੱਚੇ ਨੂੰ, ਤੇ ICT ਇਨਫੋਰਮੇਸ਼ਨ ਐਂਡ ਕੰਪਿਊਟਰ ਟੈਕਨੋਲੋਜੀ। ਅੱਜ ਕੱਲ੍ਹ ਬੱਚੇ ਫੋਨ ਤੋਂ ਬੜਾ ਕੁਝ ਸਿੱਖਦੇ ਆ, ਤਾਂ ਕਲੀਨਲੀਨੈਸ ਵੀ ਬੱਚਾ ਕਿੱਥੋਂ ਸਿੱਖਦਾ ਹੈ? ICT ਤੋਂ ਸਿੱਖ ਸਕਦਾ, ਠੀਕ ਹੈ। ਵਿਚ ਆਫ ਫੋਲੋਇੰਗ ਸਲੋਗਨ ਆਫ ਸਵੱਛ ਭਾਰਤ ਅਭਿਆਨ, ਸਵੱਛ ਭਾਰਤ ਅਭਿਆਨ ਕਦੋਂ ਸ਼ੁਰੂ ਹੋਇਆ ਸੀ? 2014 2 ਅਕਤੂਬਰ, ਠੀਕ ਹੈ। ਇਹਦੀ ਜੋ ਲੋਗੋ ਹੈ ਉਹ ਹੈ ਐਨਕ, ਠੀਕ ਹੈ, ਗਾਂਧੀ ਜੀ ਵਾਲੀ ਐਨਕ। ਤੇ ਜਿਹੜਾ ਇਹਦਾ ਸਲੋਗਨ ਹੈ ਜਾਨੀ ਨਾਰਾ ਇੱਥੇ ਦਿੱਤਾ ਗਿਆ ਉਹ ਕਿਹੜਾ ਸੀ? 1 ਸਟੈਪ ਟੂਵਰਡ ਕਲੀਨਲੀਨੈਸ, ਇੱਕ ਕਦਮ ਸਵੱਛਤਾ ਦੀ ਔਰ, ਠੀਕ ਹੈ। ਤਾਂ ਇਹ ਬਹੁਤ ਹੀ ਇੰਪੋਰਟੈਂਟ ਇਨੀਸ਼ੀਏਟਿਵ ਆ ਗਵਰਨਮੈਂਟ ਦੇ ਵੱਲੋਂ ਲਿਆ ਗਿਆ, ਜਿਹਦੇ ਚ ਧਿਆਨ ਦਿੱਤਾ ਗਿਆ ਕਿਹੜੀ ਚੀਜ਼ ਦੇ ਉੱਪਰ? ਐਜੂਕੇਸ਼ਨ, ਸਫਾਈ ਦੇ ਉੱਪਰ, ਇੰਡੀਆ ਲੈਵਲ ਦੇ ਉੱਪਰ, ਪੈਨ ਲੈਵਲ ਦੇ ਉੱਪਰ ਇਹਨੂੰ ਲਾਗੂ ਕੀਤਾ ਗਿਆ। ਨੈਕਸਟ ਕੁਐਸਚਨ, ਹਾਈਜੀਨ ਇਨਕਲੂਡਸ, ਸਵੱਛਤਾ ਦੇ ਵਿੱਚ ਕੀ ਸ਼ਾਮਲ ਆ? ਡੇਲੀ ਬਾਥਿੰਗ, ਡੈਂਟਲ ਹਾਈਜੀਨ, ਕਲੀਨ ਕਲੋਥਸ ਔਰ ਆਲ ਆਫ ਅਬਵ। ਤੇ ਇੱਥੇ ਸਾਡੇ ਕੋਲ ਆਨਸਰ ਕੀ ਹੈ? ਆਲ ਆਫ ਅਬਵ, ਠੀਕ ਹੈ। ਤੁਸੀਂ ਜੋ ਵੀ ਬੱਚੇ ਨੇ ਉਹਨਾਂ ਨੂੰ ਜਿਹੜੀਆਂ ਬੇਸਿਕ ਨੇ ਪਰਸਨਲ ਹਾਈਜੀਨ ਆ ਉਹਦੇ ਬਾਰੇ ਚ ਟੀਚ ਕਰੋਗੇ। 14 ਕੁਐਸਚਨ, ਵੈਨ ਆ ਚਾਈਲਡ ਥਰੋ ਰੈਪਰ ਆਫ ਟਾਫੀ ਇਨ ਕਲਾਸਰੂਮ ਵਟ ਵਿਲ ਯੂ ਡੂ? ਜੇ ਬੱਚਾ ਟਾਫੀ ਦਾ ਪੰਨਾ ਕਲਾਸ ਦੇ ਵਿੱਚ ਸੁੱਟੂਗਾ ਤਾਂ ਤੁਸੀਂ ਕੀ ਨਹੀਂ ਕਰੋਗੇ? ਡੋਂਟ ਡੂ ਆ, ਠੀਕ ਹੈ, ਕੀ ਨਹੀਂ ਕਰੋਗੇ। ਫਸਟ ਆਪਣੇ ਕੋਲ ਪਨਿਸ਼ ਹਿਮ, ਸੈਕਿੰਡ ਆਪਣੇ ਕੋਲ ਟੀਚ ਹਿਮ ਅਬਾਊਟ ਕਲੀਨਲੀਨੈਸ, ਦੈਨ ਆਪਣੇ ਕੋਲ ਆਰਗੇਨਾਈਜ਼ ਅਬਾਊਟ ਯੂਜ਼ ਆਫ ਡਸਟਬਿਨ, ਗਿਵ ਐਗਜ਼ਾਮਪਲਸ ਆਫ ਹਾਈਜੀਨ। ਤਾਂ ਤੁਹਾਨੂੰ ਪਤਾ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਕਦੇ ਵੀ, ਸਾਡੀ ਐਜੂਕੇਸ਼ਨ ਆ ਚਾਈਲਡ ਸੈਂਟਰ ਆ ਤੇ ਉਹਦੇ ਵਿੱਚ ਪਨਿਸ਼ਮੈਂਟ ਕਦੇ ਵੀ ਐਡ ਨਹੀਂ ਕੀਤੀ ਜਾਂਦੀ। ਬਾਕੀ ਤਿੰਨੋਂ ਮੈਥਡਸ ਦੇ ਨਾਲ ਤੁਸੀਂ ਬੱਚੇ ਨੂੰ ਕਲਾਸਰੂਮ ਨੂੰ ਸਾਫ਼ ਕਰਨ ਦੇ ਲਈ ਇੰਸਟਰਕਸ਼ਨ ਦੇ ਸਕਦੇ ਹੋ, ਸਿਖਾ ਸਕਦੇ ਹੋ, ਪਰ ਪਨਿਸ਼ਮੈਂਟ ਨੂੰ ਕਦੇ ਵੀ ਐਜੂਕੇਸ਼ਨ ਦੇ ਵਿੱਚ ਯੂਜ਼ ਨਹੀਂ ਕਰੋਗੇ, ਠੀਕ ਹੈ ਜੀ। ਇਹ ਸੀ ਸਾਡੀ ਅੱਜ ਦੀ ਕਲਾਸ। ਨੈਕਸਟ ਕਲਾਸ ਦੇ ਵਿੱਚ ਨੈਕਸਟ ਟੌਪਿਕ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।